संविधान ये कहता है भी सिख केसाधारी हिंदू है। सो जिहड़ा मुल्क जिहदी नींह दे विच ये लिखिया गया होवे भी सिख केसाधारी हिंदू है, उस मुल्क दे विच असीं आज़ादी क्यों मंगदे हां, ये सवाल नहीं होना चाहिए। कौम होवे गुलाम, मार पै रही होवे, धीआं भैणां दी बेपती हुंदी होवे, गुरु ग्रंथ साहिब महाराज की बेअदबी हुंदी होवे, तो कोई सानूं ये सवाल करे भी तुसीं राज किहो जिहा दओ। ये किड्डा घटिया सवाल है। पिंजरे 'च कोई शेर बैठा होवे, ਉਹਨੂੰ ਬਾਹਰ ਕੱਢਣ ਦੀ ਗੱਲ ਹੋਵੇ ਤੇ ਉਹਨੂੰ ਬਾਹਰ ਕੱਢਣ ਤੋਂ ਸਵਾਲ ਇਹ ਕੀਤਾ ਜਾਵੇ ਪਹਿਲਾਂ ਵੀ ਤੂੰ ਜੰਗਲ 'ਚ ਕਿੱਥੇ ਜਾ ਕੇ ਰਾਜ ਕਰੇ। ਹੁਣ ਇਹਨਾਂ ਨੇ ਇਹ ਕੰਮ ਕਹਿਣਾ ਸ਼ੁਰੂ ਕਰਤਾ। ਮੋਨੇ ਘੋਨਿਆਂ ਨੂੰ ਕਹਿੰਦੇ ਸੀ ਵੀ ਜਥੇਦਾਰ ਨਹੀਂ ਬਣ ਸਕਦੇ, ਜੇ ਬਾਣਾ ਬਾਣੀ ਦੇ ਧਾਰਨੀ ਹੋ ਕੇ ਬਾਣਾ ਪਾ ਲਿਆ ਤੇ ਫਿਰ ਕਹਿੰਦੇ ਵੀ ਤੁਸੀਂ ਨਕਲ ਕਰਨ ਲੱਗ ਪਏ ਜੋ ਸੰਤਾਂ ਦੀ। ਪਰ ਸਾਡੀ ਕੌਮ 'ਚ ਇੱਕ ਬੜੀ ਭੈੜੀ ਆਦਤ ਪੈ ਗਈ ਹੈ ਬੰਦਿਆਂ ਨੂੰ, ਤੇ ਵਿਦਵਾਨ ਵਰਗ ਨੂੰ ਖਾਸ ਕਰਕੇ। ਉਹ ਆਦਤ ਇਹ ਹੈ ਵੀ ਪੁਰਾਣੇ ਸੰਘਰਸ਼ ਦਾ ਜੋ ਮਾੜਾ ਨਤੀਜਾ, ਜੋ ਉਹਦੇ 'ਚ ਕੋਈ ਚੰਗੀ ਗੱਲ ਨਹੀਂ ਸੀ, ਜੋ ਔਗਣ ਸੀ, ਉਹ ਕੱਢ ਕੇ ਲਿਆਉਂਦੇ ਨੇ ਤੇ ਨੌਜਵਾਨਾਂ ਨੂੰ ਦਿਖਾਉਂਦੇ ਨੇ, ਡਰਾਉਂਦੇ ਨੇ। ਫਿਰ ਪਹਿਲੇ ਦਿਨ ਜਦੋਂ ਇਹ ਗੱਲ ਕਹੀ ਸੀ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਆ, ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਅਸੀਂ ਇਹ ਬਚਨ ਸਿਰਫ ਪੜ੍ਹਨ ਨੂੰ ਨਹੀਂ ਸੁਣੇ ਜਾਂ ਸੁਣਾਏ। ਰਾਜ ਜਿੱਦਣ ਲੈਣਾ ਹੈ ਸਿਰਾਂ ਦੇ ਮੁੱਲ ਵੀ ਪੈਣੇ ਨੇ, ਸਿਰਾਂ ਦੇ ਮੁੱਲ ਪੈ ਕੇ ਬੰਦ ਵੀ ਕੱਟਿਆ ਜਾਣਾ ਹੈ, ਜਮੂਰਾਂ ਨਾਲ ਮਾਸ ਵੀ ਨੋਇਆ ਜਾਣਾ ਹੈ, ਧੀਆਂ ਪੁੱਤਾਂ ਦੇ ਕਲੇਜੇ ਵੀ ਮੂੰਹ 'ਚ ਪੈਣੇ ਨੇ, ਤੇ ਮਾਵਾਂ ਨੂੰ ਆਪਣੇ ਪੁੱਤਰਾਂ ਦੇ ਹਾਰ ਆਂਦਰਾਂ ਦੇ ਗਲਾਂ 'ਚ ਪਵਾਉਣੇ ਪੈਣੇ ਨੇ, ਬੋਟੀ ਕਰਾ ਕੇ ਫਿਰ ਰਾਜ ਭਾਗ ਦੀ ਪ੍ਰਾਪਤੀ ਹੋਣੀ ਹੈ। ਜਿਹੜੇ ਆਹ ਪਿੰਡ ਹੈ ਇੱਥੇ ਜਿੰਨੇ ਸ਼ਹੀਦ ਹੋਏ ਨੇ ਉਹਨਾਂ ਦੀ ਵੀ ਗਿਣਤੀ ਕਰ ਲਿਓ, ਜਿੰਨੇ ਚਿੱਟੇ ਦਾ ਟੀਕਾ ਲਾ ਕੇ ਮਰ ਗਏ ਉਹਨਾਂ ਦੀ ਵੀ ਗਿਣਤੀ ਕਰ ਲਿਓ, ਤੇ ਮੈਂ ਦਾਅਵੇ ਨਾਲ ਕਹਿ ਦਿੰਦਾ ਚਿੱਟੇ ਨਾਲ ਮਰਨ ਵਾਲੇ ਦੀ ਗਿਣਤੀ ਜ਼ਿਆਦਾ ਹੋਣੀ ਹੈ। ਜਿਉਂਦੇ ਜੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਹੈ, ਜਿਉਂਦੇ ਜੀ ਸਾਡੇ ਪਾਣੀ ਲੁੱਟੇ ਗਏ, ਸਾਡੇ ਕੋਠਿਆਂ ਜਿਹੜੇ ਨੌਜਵਾਨ ਨੇ ਜਿਹੜੇ ਏਡੇ ਸੂਰਮੇ ਬਣਨੇ ਸੀ, ਨਾੜ 'ਚ ਨਸ਼ੇ ਦਾ ਟੀਕਾ ਲਾ ਕੇ ਮਰ ਗਏ, ਤੇ ਅਸੀਂ ਜਦੋਂ ਰੋਟੀ ਖਾਂਦੇ ਹਾਂ, ਟੁੱਕ ਖਾਂਦੇ ਹਾਂ, ਉਹ ਹਰਾਮਦਾਨੀ ਤੇ ਕਾਹਦਾ। ਜੇ ਕੋਈ ਪੁੱਛੇ ਕਿ ਤੁਸੀਂ ਰਾਜ ਚਾਹੁੰਦੇ ਜੋ, ਤੇ ਡਟ ਕੇ ਕਹਿਣਾ ਵੀ ਅਸੀਂ ਚਾਹੁੰਦੇ ਹਾਂ, ਤੇ ਇਸ ਤੋਂ ਕਦੀ ਵੀ ਝਗਣਾ ਨਹੀਂ। ਕਿਉਂਕਿ ਇਹ ਜਿਹੜੀ ਹਕੂਮਤ ਹੈ, ਇਹ ਨਾ ਸੋਚਿਓ ਵੀ ਜੇ ਤੁਸੀਂ ਕਹਿ ਦਿੱਤਾ ਵੀ ਨਹੀਂ ਚਾਹੁੰਦੇ ਰਾਜ, ਤੇ ਫਿਰ ਅਸੀਂ ਉਹ ਛੱਡ ਦੇਣਗੇ ਸਾਨੂੰ। ਉਹਨਾਂ ਨੇ ਦਿੱਲੀ ਦੇ ਸਿੱਖਾਂ ਦਾ ਕਤਲੇਆਮ ਕੀਤਾ, ਉਹ ਕਿਹੜਾ ਰਾਜ ਮੰਗਦੇ ਸੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸੱਚੇ ਸਤਿਗੁਰੂ ਸਾਹਿਬ ਦੀ ਹਜ਼ੂਰੀ 'ਚ ਜੁੜ ਬੈਠੇ ਹਾਂ। ਗੁਰੂ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਓ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭਾਈ ਸਰਬਜੀਤ ਸਿੰਘ ਹੋਣਾ ਨੇ ਆਪਣਾ ਦਰਦ ਬਿਆਨ ਕੀਤਾ, ਜਦੋਂ ਦਾ ਮੈਂ ਪੰਜਾਬ 'ਚ ਆਇਆ, ਜਦੋਂ ਦਾ ਮੈਂ ਜਹਾਜ਼ ਤੋਂ ਉਤਰਿਆ, ਕੁਛ ਲੋਕਾਂ ਨੂੰ ਅਸੀਂ ਆਪਣੇ ਘਰ-ਬਾਰ ਲਟਾ ਦੇ ਸਕਦੇ ਹਾਂ, ਬਣਾ ਕੁਛ ਨਹੀਂ ਸਕਦੇ। ਸੋ ਇਹ ਉਹਨਾਂ ਲੋਕਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਜਿਹੜੇ ਲੋਕ ਸਾਡੇ ਵਿਰੋਧ 'ਚ ਭੁਗਤਦੇ ਨੇ, ਵੀ ਅਸੀਂ ਜਿਸ ਰਸਤੇ ਤੁਰ ਪਏ ਹਾਂ ਉਸ ਰਸਤੇ ਦੇ ਉੱਤੇ ਬਣਦਾ ਕੁਛ ਨਹੀਂ, ਢਹਿ ਸਭ ਕੁਛ ਜਾਂਦਾ। ਕਿਉਂਕਿ ਇਹ ਰਸਤਾ ਧਰਮ ਦਾ ਹੈ, ਤੇ ਧਰਮ ਵੀ ਉਸ ਮੌਕੇ ਦੇ ਉੱਤੇ ਅਸੀਂ ਨਿਭਾਉਣ ਦੀ ਗੱਲ ਕਰ ਰਹੇ ਹਾਂ ਜਿਸ ਮੌਕੇ ਦੇ ਉੱਤੇ ਧਰਮ ਦਾ ਨਾਂ ਲੈਣ 'ਤੇ ਪਾਬੰਦੀ ਹੈ। ਪਾਠ ਕਰਨ ਦੀ ਇਜਾਜ਼ਤ ਹੈਗੀ ਹੈ ਸਾਨੂੰ, ਅਖੰਡ ਪਾਠ ਸਾਹਿਬ ਰਖਾ ਕੇ ਭੋਗ ਪਾਉਣ ਦੀ ਇਜਾਜ਼ਤ ਹੈਗੀ ਹੈ, ਪਰ ਜਿਹੜੇ ਰਾਜ ਦੀ ਅਸੀਂ ਗੱਲ ਕਰਦੇ ਹਾਂ, ਰਾਜ ਜ਼ਰੂਰੀ ਕਿਉਂ ਆ? ਸਵਾਲ ਬੜਾ ਨੌਜਵਾਨਾਂ ਦਾ ਬਾਰ-ਬਾਰ ਉੱਭਰਦਾ ਹੈ ਵੀ ਰਾਜ ਦੀ ਕਿਉਂ ਜ਼ਰੂਰਤ ਹੈ। ਦੇਖੋ, ਵੈਸੇ ਤੇ ਜਿਹੜਾ ਇੱਕ ਮਨੁੱਖ ਹੈ ਜਿਹਦੇ ਅੰਦਰ ਸੋਝੀ ਹੈ, ਜਿਹਦੇ ਅੰਦਰ ਪਰਮਾਤਮਾ ਨੇ ਇੱਕ ਅਕਲ ਬਖਸ਼ੀ ਹੈ, ਉਹ ਆਜ਼ਾਦ ਹਸਤੀ ਦਾ ਮਾਲਕ ਹੈ। ਦੁਨੀਆ ਦੇ ਉੱਤੇ ਕੋਈ ਵੀ ਤਾਕਤ, ਕੋਈ ਵੀ ਰਾਜ ਕਿਸੇ ਦੂਜੇ ਮਨੁੱਖ ਨੂੰ ਗੁਲਾਮ ਨਹੀਂ ਬਣਾ ਸਕਦਾ। ਆਜ਼ਾਦੀ ਦਾ ਹੱਕ ਇੱਕ ਜਾਨਵਰ ਦਾ ਵੀ ਹੁੰਦਾ। ਜਾਨਵਰ ਪਿੰਜਰੇ 'ਚ ਕੈਦ ਹੋਵੇ, ਉਹਦੇ ਮਨ 'ਚ ਮਨਸ਼ਾ ਹੁੰਦੀ ਹੈ ਮੈਂ ਪਿੰਜਰੇ 'ਚੋਂ ਆਜ਼ਾਦ ਹੋ ਜਾ। ਸੋ ਉਹਦੀ ਇਸ ਮਨਸ਼ਾ ਨੂੰ ਦੀਪ ਦੀ ਬਾਈ ਦੀ ਗੱਲ ਖੁਣੋ ਕ੍ਰਿਮੀਨਲਾਈਜ਼ ਕਰ ਦੇਣਾ, ਭਾਵ ਉਹਨੂੰ ਜੁਰਮ ਬਣਾ ਕੇ ਪੇਸ਼ ਕਰਨਾ ਵੀ ਜਿਹੜੇ ਬੰਦੇ ਆਜ਼ਾਦੀ ਦੀ ਗੱਲ ਕਰਦੇ ਨੇ ਉਹ ਜੁਰਮ ਕਰ ਰਹੇ ਨੇ, ਉਹਨਾਂ ਦੀ ਗੱਲ ਚੰਗੀ ਨਹੀਂ। ਇਹ ਮਨਸ਼ਾ ਸਾਡੀ ਕੌਮ 'ਚ ਆ ਗਈ ਹੈ। ਸੋ ਨੌਜਵਾਨੋ, ਜਦੋਂ ਤੁਸੀਂ ਪੁੱਛਦੇ ਨੇ ਵੀ ਰਾਜ ਕਿਉਂ ਜ਼ਰੂਰੀ ਹੈ, ਬਾਕੀ ਬਹੁਤ ਗੱਲਾਂ ਇਹ 'ਤੇ ਦੱਸੀਆਂ ਜਾ ਸਕਦੀਆਂ, ਬੜੇ ਤਰਕ ਦਿੱਤੇ ਜਾ ਸਕਦੇ ਆ ਵੀ ਫਰਕ ਕਿੱਥੇ ਹੈ। ਸਾਡੇ ਲਈ ਕਾਨੂੰਨ ਅੱਡ ਹੈ। ਅੱਜ ਤੁਸੀਂ ਵਿਆਹ ਕਰਾਉਂਦੇ ਜੋ, ਸਿੱਖ ਮੈਰਿਜ ਐਕਟ ਨਹੀਂ ਹੈਗਾ, ਆਨੰਦ ਮੈਰਿਜ ਐਕਟ ਨਹੀਂ ਹੈਗਾ। ਜਦੋਂ ਤੁਹਾਨੂੰ ਕੋਈ ਕਾਗਜ਼ ਪੱਤਰ ਚਾਹੀਦਾ ਵਿਆਹ ਵਾਸਤੇ, ਤੇ ਉਹ ਹਿੰਦੂ ਮੈਰਿਜ ਐਕਟ ਦੇ ਅਧੀਨ ਤੁਹਾਡਾ ਵਿਆਹ ਰਜਿਸਟਰਡ ਹੁੰਦਾ ਹੈ, ਸਾਡਾ ਸਾਰਿਆਂ ਦਾ। ਸੋ ਇਹ ਗੁਲਾਮੀ ਦੀ ਪ੍ਰਤੱਖ ਨਿਸ਼ਾਨੀ ਹੈ। ਸੰਵਿਧਾਨ ਇਹ ਕਹਿੰਦਾ ਹੈ ਵੀ ਸਿੱਖ ਕੇਸਾਧਾਰੀ ਹਿੰਦੂ ਹੈ। ਸੋ ਜਿਹੜਾ ਮੁਲਕ ਜਿਹਦੀ ਨੀਂਹ ਦੇ ਵਿੱਚ ਇਹ ਲਿਖਿਆ ਗਿਆ ਹੋਵੇ ਵੀ ਸਿੱਖ ਕੇਸਾਧਾਰੀ ਹਿੰਦੂ ਹੈ, ਉਸ ਮੁਲਕ ਦੇ ਵਿੱਚ ਅਸੀਂ ਆਜ਼ਾਦੀ ਕਿਉਂ ਮੰਗਦੇ ਹਾਂ, ਇਹ ਸਵਾਲ ਨਹੀਂ ਹੋਣਾ ਚਾਹੀਦਾ।
ਬਹੁਤੇ ਸਵਾਲ ਸਾਨੂੰ ਇਸ ਗੱਲ ਤੇ ਹੁੰਦੇ ਆ, ਖੱਬੇ ਪੱਖੀ ਕਾਮਰੇਡ ਜਾਂ ਕਈ ਮਿਸ਼ਨਰੀ ਭਰਾ, ਕਈ ਦੂਜੇ ਤੀਜੇ ਬੰਦੇ ਸਾਨੂੰ ਸਵਾਲ ਕਰਦੇ ਨੇ ਵੀ ਖਾਲਿਸਤਾਨ ਬਣਾ ਕੇ ਤੁਸੀਂ ਕੀ ਕਰੋਗੇ, ਕਿਹੋ ਜਿਹਾ ਰਾਜ ਭਾਗ ਸਿਰਜੋਗੇ। ਪਹਿਲੀ ਗੱਲ, ਇਹ ਸਵਾਲ ਕਿਸੇ ਦਾ ਵੀ ਉਤੇਜਨ ਚਾਹ ਤੋਂ ਨਹੀਂ ਆਉਂਦਾ, ਇਹ ਈਰਖਾ 'ਚੋਂ ਸਵਾਲ ਨਿਕਲਿਆ। ਕੌਮ ਹੋਵੇ ਗੁਲਾਮ, ਮਾਰ ਪੈ ਰਹੀ ਹੋਵੇ, ਧੀਆਂ ਭੈਣਾਂ ਦੀ ਬੇਪਤੀ ਹੁੰਦੀ ਹੋਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੋਵੇ, ਤੇ ਕੋਈ ਸਾਨੂੰ ਇਹ ਸਵਾਲ ਕਰੇ ਵੀ ਤੁਸੀਂ ਰਾਜ ਕਿਹੋ ਜਿਹਾ ਦਿਓਗੇ। ਇਹ ਕਿੱਡਾ ਘਟੀਆ ਸਵਾਲ ਹੈ। ਪਿੰਜਰੇ 'ਚ ਕੋਈ ਸ਼ੇਰ ਬੈਠਾ ਹੋਵੇ, ਉਹਨੂੰ ਬਾਹਰ ਕੱਢਣ ਦੀ ਗੱਲ ਹੋਵੇ ਤੇ ਉਹਨੂੰ ਬਾਹਰ ਕੱਢਣ ਤੋਂ ਸਵਾਲ ਇਹ ਕੀਤਾ ਜਾਵੇ ਪਹਿਲਾਂ ਵੀ ਤੂੰ ਜੰਗਲ 'ਚ ਕਿੱਥੇ ਜਾ ਕੇ ਰਾਜ ਕਰੇਂਗਾ। ਭਾਵ ਗੁਲਾਮੀ ਨੂੰ ਦੂਰ ਕਰਨਾ ਪਹਿਲੀ ਜਿਹੜੀ ਕੜੀ ਹੈ, ਰਾਜ ਕਿਵੇਂ ਦਾ ਕਰਨਾ ਕਿਵੇਂ ਦਾ ਨਹੀਂ ਕਰਨਾ, ਇਹ ਸਾਡਾ ਦੱਸਣ ਦਾ ਫਰਜ਼ ਨਹੀਂ। ਪਰ ਜੇ ਫਿਰ ਵੀ ਕੋਈ ਸੁਣਨਾ ਚਾਹੁੰਦਾ ਹੈ ਤੇ ਅਸੀਂ ਇਹ ਕਹਿ ਦਿੰਦੇ ਹਾਂ ਵੀ ਅਸੀਂ ਉਹ ਰਾਜ ਕਰਨਾ ਹੈ ਜਿਹੜਾ ਮਹਾਰਾਜ ਰਣਜੀਤ ਸਿੰਘ ਨੇ ਕੀਤਾ ਸੀ, ਖਾਲਸੇ ਦਾ ਰਾਜ। ਜਿਸ ਰਾਜ ਦੀਆਂ ਗਵਾਹੀਆਂ ਅੱਜ ਪੰਜਾਬ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਜਿਹੜੇ ਸੀ ਉਧਰ ਸਟੇਜਾਂ ਤੇ ਦੇਖ ਕੇ ਵੀ ਰਾਜ ਬੜਾ ਵਧੀਆ ਸੀ, ਮੈਂ ਉੱਥੇ ਵੀ ਸਵਾਲ ਕੀਤਾ ਸੀ ਵੀ ਜੇ ਉਹ ਰਾਜ ਦੀਆਂ ਤੁਸੀਂ ਤਾਰੀਫਾਂ ਕਰ ਸਕਦੇ ਜੋ, ਜੇ ਉਸ ਰਾਜ ਦੇ ਪ੍ਰਤੀ ਤੁਸੀਂ ਇਹ ਕਹਿ ਸਕਦੇ ਵੀ ਉਹੋ ਜਿਹਾ ਰਾਜ ਸੰਸਾਰ ਤੇ ਹੋਇਆ ਨਹੀਂ, ਤੇ ਫਿਰ ਜਦੋਂ ਸਿੱਖ ਨੌਜਵਾਨ ਗੱਲ ਕਰਦੇ ਨੇ ਵੀ ਅਸੀਂ ਖਾਲਿਸਤਾਨ ਲੈਣਾ ਹੈ, ਉਸੇ ਰਾਜ ਦੀ ਤਰਜ਼ ਤੇ ਲੈਣਾ ਹੈ, ਤੇ ਫਿਰ ਤੁਸੀਂ ਜੇਲ੍ਹਾਂ 'ਚ ਕਾਹਤੋਂ ਸੁੱਟਦੇ। ਇਸ ਗੱਲ ਦਾ ਜਵਾਬ ਉਹਨਾਂ ਨੂੰ ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ ਕੀ ਕੀਤਾ ਹੈ, ਇੱਕ ਪਾਲਿਸੀ ਬਣਾ ਲਈ ਹੈ। ਉਹ ਪਾਲਿਸੀ ਸਮਝਣ ਦੀ ਲੋੜ ਹੈ। ਉਹ ਪਾਲਿਸੀ ਇਹ ਹੈ ਵੀ ਸਾਰਾ ਹਿੰਦੂ ਇਕੱਠਾ ਹੋ ਕੇ ਕਹਿੰਦਾ ਵੀ ਗੁਰੂ ਸਾਡਾ ਵੀ ਗੁਰੂ ਹੈ। ਕਿਸੇ ਹਿੰਦੂ ਨੂੰ ਤੁਸੀਂ ਐਸੇ ਨੂੰ ਨਹੀਂ ਮਿਲੋਗੇ ਜਿਹੜਾ ਇਹ ਕਹੂਗਾ ਵੀ ਨਹੀਂ ਗੁਰੂ ਸਾਡਾ ਗੁਰੂ ਨਹੀਂ ਹੈਗਾ। ਪਰ ਉਹਨਾਂ ਨੇ ਇਹ ਪਾਲਿਸੀ ਬਣਾ ਲਈ ਵੀ ਗੁਰੂ ਨੂੰ ਅਪਣਾ ਲਓ ਤੇ ਗੁਰੂ ਦੇ ਸਿੱਖਾਂ ਨੂੰ ਕੱਢ ਦਿਓ ਬਾਹਰ। ਇਹ ਬੰਦੇ ਸੰਤਾਂ ਦੇ ਵਿਰੋਧੀ ਰਹੇ ਸੀ। ਜਦੋਂ ਸੰਤ ਸ਼ਹੀਦ ਹੋ ਗਏ, ਇਹਨਾਂ ਨੇ ਕਹਿ ਦਿੱਤਾ ਵੀ ਸੰਤ ਬੜੇ ਮਹਾਨ ਆ। ਫਿਰ ਖਾੜਕੂਆਂ ਦੇ ਵਿਰੋਧੀ ਬਣ ਕੇ, ਜਿਹੜੇ ਬੰਦੇ ਉਸ ਦੌਰ 'ਚ ਰਹੇ ਉਹਨਾਂ ਨੂੰ ਪਤਾ ਹੈ ਇਹਨਾਂ ਬੰਦਿਆਂ ਦਾ। ਖਾੜਕੂਆਂ ਦਾ ਵਿਰੋਧ ਇਸ ਕਰਕੇ ਕਰਨਾ ਸ਼ੁਰੂ ਕਰ ਦਿੱਤਾ ਵੀ ਇਹ ਸੰਤਾਂ ਵਰਗੇ ਨਹੀਂ ਬਣ ਸਕਦੇ। ਕੋਈ ਮਨੁੱਖ ਦੁਨੀਆ ਤੇ ਦਾਅਵਾ ਨਹੀਂ ਕਰਦਾ ਕਿਸੇ ਦੂਜੇ ਵਰਗੇ ਬਣਨ ਦਾ। ਇਹ ਦਾਅਵਾ ਆਪਣੇ ਕੋਲੋਂ ਹੀ ਗੱਲਾਂ ਮੂੰਹ 'ਚ ਪਾ ਦਿੰਦੇ ਨੇ, ਆਪਣੇ ਕੋਲੋਂ ਹੀ ਫਿਰ ਉਹਦੇ ਜਵਾਬ ਦੇਣ ਲੱਗ ਪਏ। ਫਿਰ ਜਦੋਂ ਬਾਈ ਦੀਪ ਆਇਆ ਸੰਘਰਸ਼ ਦੀ ਖਲੋਟ ਤੋਂ ਬਾਅਦ, ਸੰਘਰਸ਼ 'ਚ ਇੱਕ ਖਲੋਤ ਆ ਗਈ ਸੀ, ਉਹਨੇ ਆਣ ਕੇ ਤੋੜੀ ਤੇ ਉਹਦੇ ਤੇ ਰੌਲਾ ਪਾ ਦਿੱਤਾ ਵੀ ਭਾਈ ਇਹ ਮੋਨਾ ਘੋਨਾ ਹੈ, ਇਹਨੇ ਅੰਮ੍ਰਿਤ ਨਹੀਂ ਛਕਿਆ, ਇਹ ਪੰਥ ਦਾ ਜਥੇਦਾਰ ਨਹੀਂ ਬਣ ਸਕਦਾ, ਪੰਥ ਦਾ ਆਗੂ ਨਹੀਂ ਬਣ ਸਕਦਾ। ਉਹਨੇ ਦਾਅਵਾ ਨਹੀਂ ਸੀ ਕੀਤਾ ਵੀ ਮੈਂ ਆਗੂ ਬਣਨਾ ਆ। ਫਿਰ ਉਸ ਤੋਂ ਬਾਅਦ ਉਹਦੀ ਸ਼ਹੀਦੀ ਹੁੰਦੀ ਹੈ। ਉਸ ਦੀ ਸ਼ਹੀਦੀ ਤੋਂ ਬਾਅਦ 'ਚ ਜੇ ਮੈਂ ਆਇਆ ਤੇ ਮੈਨੂੰ ਮੈਂ ਅੰਮ੍ਰਿਤ ਵੀ ਛਕ ਲਿਆ, ਖੰਡੇ ਬਾਟ ਦੀ ਪੌਲ ਵੀ ਲੈ ਲਈ ਹੈ, ਮੈਂ ਨੌਜਵਾਨਾਂ 'ਚ ਖੰਡੇ ਬਾਟ ਦੀ ਪੌਲ ਦਾ ਪ੍ਰਚਾਰ ਵੀ ਕਰਦਾ ਜਿਹੜੀ ਮਹਾਰਾਜ ਨੇ ਸੇਵਾ ਲਾਈ ਹੈ। ਹੁਣ ਇਹਨਾਂ ਨੇ ਇਹ ਕੰਮ ਕਹਿਣਾ ਸ਼ੁਰੂ ਕਰਤਾ, ਮੋਨੇ ਘੋਨਿਆਂ ਨੂੰ ਕਹਿੰਦੇ ਸੀ ਵੀ ਜਥੇਦਾਰ ਨਹੀਂ ਬਣ ਸਕਦੇ, ਜੇ ਬਾਣਾ ਬਾਣੀ ਦੇ ਧਾਰਨੀ ਹੋ ਗਏ, ਬਾਣਾ ਪਾ ਲਿਆ ਤੇ ਫਿਰ ਕਹਿੰਦੇ ਵੀ ਤੁਸੀਂ ਨਕਲ ਕਰਨ ਲੱਗ ਪਏ ਜੋ ਸੰਤਾਂ ਦੀ। ਇਹਨਾਂ ਦਾ ਪੰਜਾਬੀ 'ਚ ਆਪਣੇ ਕਹਾਵਤ ਹੈ ਨਾ ਪਿੰਡਾਂ ਦੇ ਵਿੱਚ ਵੀ ਇਹਦੇ ਨਹੀਂ ਵਸਣਾ, ਇਹਦੀ ਖੰਡ ਦੀ ਦਾੜੀ ਹਲਦੀ। ਇਹਨਾਂ ਦਾ ਇਹ ਕੰਮ ਕਰ ਰਿਹਾ ਪੰਥਕਾਂ ਦਾ। 20 ਸਾਲ ਜਿਹੜੇ ਪੰਥਕ ਘੁਰਨਿਆਂ 'ਚ ਵੜੇ ਰਹੇ, ਜਿਹੜੇ ਬਾਹਰ ਨਹੀਂ ਨਿਕਲੇ, ਜਿਨ੍ਹਾਂ ਬਾਹਰ ਨਿਕਲੇ ਕੌਮ ਦੀ ਹਾਲਤ ਨਹੀਂ ਵੇਖੀ, ਜਿਨ੍ਹਾਂ ਇਹ ਵੇਖਣਾ ਜ਼ਰੂਰੀ ਨਹੀਂ ਸਮਝਿਆ ਵੀ ਕਿਹੜਾ ਨੌਜਵਾਨ ਕਿੱਥੇ ਜੇਲ੍ਹਾਂ 'ਚ ਜਾ ਰਿਹਾ, ਜਿਨ੍ਹਾਂ ਇਹ ਜ਼ਰੂਰੀ ਨਹੀਂ ਸਮਝਿਆ ਵੀ ਨੌਜਵਾਨਾਂ 'ਤੇ ਕਿਹੋ ਜਿਹਾ ਤਸ਼ੱਦਦ ਹੋ ਰਿਹਾ, ਜਿਨ੍ਹਾਂ ਬਾਹਰ ਨਿਕਲ ਕੇ ਆਵਾਜ਼ ਨਹੀਂ ਪੁੱਛੀ ਵੀ ਜਿਨ੍ਹਾਂ ਦੇ ਨੌਜਵਾਨ ਘਰਾਂ 'ਚੋਂ ਖਾੜਕੂ ਸੰਘਰਸ਼ ਦੇ ਦੌਰਾਨ ਸ਼ਹੀਦ ਹੋ ਗਏ ਸੀ, ਉਹਨਾਂ ਪਰਿਵਾਰਾਂ ਦੀ ਕੀ ਹਾਲਤ ਹੈ। 20 ਸਾਲਾਂ ਬਾਅਦ ਘੁਰਨਿਆਂ 'ਚੋਂ ਨਿਕਲੇ ਨੇ ਤੇ ਨਿਕਲਦਿਆਂ ਹੀ ਰੌਲਾ ਪਾ ਦਿੱਤਾ ਵੀ ਸ਼ਾਂਤੀ ਕਾਇਮ ਕਰ ਲਓ ਜੀ, ਸ਼ਾਂਤੀ ਭੰਗ ਨਾ ਕਰੋ। ਪਹਿਲੀ ਤਾਂ ਗੱਲ ਹੈ ਵੀ ਨਾ ਤੇ ਅਸੀਂ ਕਿਤੇ ਗੋਲੀ ਚਲਾਈ ਹੈ, ਨਾ ਕੋਈ ਧਮਾਕਾ ਕੀਤਾ, ਨਾ ਕਿਸੇ ਨੂੰ ਮਾਰਿਆ ਨਾ ਕੁੱਟਿਆ। ਅਸੀਂ 4 ਕੀਤੀਆਂ ਗੱਲਾਂ ਜਿਹੜੀਆਂ ਤੁਸੀਂ ਵੀ ਕਰਦੇ ਆਏ ਜੋ ਲੰਮੇ ਸਮੇਂ ਤੋਂ, ਪਰ ਤੁਸੀਂ ਉਹ ਗੱਲਾਂ ਦਿਲੋਂ ਨਹੀਂ ਕੀਤੀਆਂ। ਤੁਸੀਂ, ਤੁਹਾਡੇ ਦਿਲਾਂ 'ਚ ਮੈਲ ਸੀ, ਮੈਲ ਕਰਕੇ ਜਿਹੜੀ ਗੱਲ ਤੁਹਾਡੇ ਮੂੰਹ 'ਚੋਂ ਨਿਕਲੀ ਲੋਕਾਂ ਦੇ ਕੰਨਾਂ ਤੱਕ ਪਹੁੰਚੀ, ਹਿਰਦੇ ਤੱਕ ਪਹੁੰਚੀ ਨਹੀਂ। ਅਸੀਂ ਇਹ ਦਾਅਵਾ ਨਹੀਂ ਕਰਦੇ ਵੀ ਸਾਡੇ ਮੈਲ ਨਹੀਂ ਹੈਗੀ, ਇਹ ਦਾਅਵਾ ਮਨੁੱਖ ਆਪ ਨਹੀਂ ਕਰਨਾ ਚਾਹੀਦਾ ਕਿਸੇ ਨੂੰ। ਪਰ ਜੇ ਨੌਜਵਾਨਾਂ ਨੂੰ ਲੱਗਾ ਵੀ ਸਾਨੂੰ ਲਾਮਬੰਦ ਹੋਣਾ ਚਾਹੀਦਾ, ਨੌਜਵਾਨਾਂ ਨੂੰ ਲੱਗਾ ਵੀ ਸਾਨੂੰ ਖੰਡੇ ਬਾਟੇ ਦੀ ਪੌਲ ਛਕਣੀ ਚਾਹੀਦੀ ਹੈ, ਇਹਦੇ 'ਚ ਗਲਤ ਕੀ ਹੋ ਗਿਆ, ਗੁਨਾਹ ਕੀ ਹੋ ਗਿਆ। ਪਰ ਈਰਖਾ ਐਸੀ ਹੈ, ਇਸ ਈਰਖਾ ਨੇ ਸਾਡਾ ਰਾਜ ਡੋਬਿਆ ਸੀ। ਦੂਜੇ ਤੋਂ ਇੱਕ ਈਰਖਾ ਕਰ ਲੈਣੀ, ਹਰੀ ਸਿੰਘ ਨਲੂਏ ਤੋਂ ਈਰਖਾ ਹੋ ਗਈ ਕਈਆਂ ਨੂੰ ਵੀ ਮਹਾਰਾਜਾ ਇਹਦੇ ਨਾਲ ਜ਼ਿਆਦਾ ਕਰਦਾ, ਸਾਡੇ ਨਾਲ ਘੱਟ ਕਰਦਾ। ਇਹ ਈਰਖਾ ਨੇ ਬਹੁਤ ਵੱਡਾ ਨੁਕਸਾਨ ਕਰਾਇਆ ਡੋਗਰਿਆਂ ਨੇ ਇਸ ਈਰਖਾ 'ਚ ਆ ਕੇ। ਸੋ ਅੱਜ ਅਸੀਂ ਇਹ ਤੋਂ ਬਚਣਾ ਕਿਵੇਂ, ਮੇਰੀ ਨੌਜਵਾਨਾਂ ਨੂੰ ਇਹ ਅਪੀਲ ਹੈ। ਸੰਘਰਸ਼ ਜਦੋਂ ਚੱਲਦਾ ਹੈ, ਹਰ ਸੰਘਰਸ਼ ਦੇ ਵਿੱਚ ਗਦਾਰ ਪੈਦਾ ਹੁੰਦੇ ਨੇ, ਸੂਰਮੇ ਪੈਦਾ ਹੁੰਦੇ ਨੇ। ਹਰ ਸੰਘਰਸ਼ ਦੇ ਵਿੱਚ ਉਹ ਵੀ ਲੋਕ ਪੈਦਾ ਹੁੰਦੇ ਨੇ ਜਿਹੜੇ ਦਚਿੱਤੀ 'ਚ ਰਹਿੰਦੇ ਨੇ, ਜਿਨ੍ਹਾਂ ਨੂੰ ਕੁਛ ਨਹੀਂ ਪਤਾ ਵੀ ਕੀ ਵਾਪਰ ਰਿਹਾ। ਇਹ ਸੰਘਰਸ਼ 'ਚ ਹੁੰਦੇ ਨੇ। ਚ ਆ ਕੇ ਉਹਨਾਂ ਨੇ ਸਿਰਫ ਇੱਕ ਦੂਜੇ ਨੂੰ ਗੱਲਾਂ ਨਹੀਂ ਕੀਤੀਆਂ, ਹੱਥਾਂ 'ਚ ਹਥਿਆਰ ਹੀ ਗੋਲੀਆਂ ਤੱਕ ਮਾਰ ਦਿੱਤੀਆਂ। ਹਕੂਮਤ ਨੇ ਤਾਂ ਸਾਡੇ ਬੰਦੇ ਕੋਹ ਕੇ ਮਾਰੇ, ਪਰ ਸਾਡੇ ਆਪਣੇ ਬੰਦਿਆਂ ਨੇ ਇੱਕ ਦੂਜਿਆਂ ਦਾ ਕਤਲੇਆਮ ਜਿਹੜਾ ਕੀਤਾ, ਉਹ ਵੀ ਉਹਦੇ ਬਾਰੇ ਵੀ ਸੋਚਣ ਦੀ ਲੋੜ ਹੈ। ਅੱਜ ਜਿਹੜਾ ਵੀ ਬੰਦਾ ਤੁਹਾਨੂੰ ਕਹਿੰਦਾ
ਵੀ ਪੁਰਾਣਾ ਬੰਦਾ ਇੱਦਾਂ ਸੀ ਜੀ, ਉਹਨੂੰ ਕਹੋ ਵੀ ਦੇਖੋ ਅਸੀਂ ਨਵੀਂ ਪੀੜ੍ਹੀ ਹਾਂ, ਅਸੀਂ ਆਪਣਾ ਸੰਘਰਸ਼ ਆਪ ਲਿਖਿਆ, ਅਸੀਂ ਆਪਣਾ ਰਾਹ ਫੜਨਾ ਹੈ। ਸਾਡੇ ਰਾਹ 'ਚ ਵੀ ਗਦਾਰਾਂ ਨੇ ਆਉਣਾ ਹੈ, ਇਹ ਨਾ ਸੋਚੋ ਵੀ ਗਦਾਰ ਕੋ ਪੈਦਾ ਨਹੀਂ ਹੋਣੇ। ਸਾਡੇ ਰਾਹ 'ਚ ਤੁਹਾਡੇ ਜੋ ਮੁਸ਼ਕਲਾਂ ਆਉਣੀਆਂ ਨੇ, ਪਰ ਇਹ ਗੱਲ 'ਚ ਕੋਈ ਸਿਆਣਪ ਨਹੀਂ ਵੀ ਪਹਿਲਾਂ ਅਸੀਂ ਤੁਹਾਡਾ ਬੋਝ ਚੱਕੀਏ, ਜਿਹੜਾ ਤੁਸੀਂ ਆਪਸੀ ਧਿਰਾਂਬਾਦੀ ਪੈਦਾ ਕੀਤੀ ਹੈ ਉਹ ਵੀ ਰੱਖੀਏ ਮੋਢਿਆਂ 'ਤੇ, ਅਤੇ ਜਿਹੜਾ ਸਾਡੇ 'ਚ ਆਉਣਾ ਵਾ ਉਹਨੂੰ ਵੀ ਮੋਢਿਆਂ 'ਤੇ ਚੁੱਕੀ ਫਿਰੀਏ। ਇਹ ਗੱਲ ਚੰਗੀ ਨਹੀਂ ਹੈਗੀ। ਸੋ ਸਾਡੇ ਲਈ ਜ਼ਰੂਰੀ ਇਹ ਹੈ ਉਹਨਾਂ ਨੂੰ ਮੱਥਾ ਟੇਕ ਦੇਣਾ ਵੀ ਪਹਿਲਾਂ ਤੁਸੀਂ ਇੱਕ ਦੂਜੇ ਨਾਲ ਕੀ ਕੀਤਾ, ਸਾਨੂੰ ਲੈਣਾ ਦੇਣਾ ਨਹੀਂ, ਅਸੀਂ ਧਿਰਬੰਦੀ 'ਚ ਨਹੀਂ ਪੈਣਾ। ਸਾਰੇ ਪਹਿਲੀ ਗੱਲ ਤੇ ਬਜ਼ੁਰਗਾਂ ਦਾ ਕੰਮ ਕੀ ਹੁੰਦਾ ਹੈ? ਬਜ਼ੁਰਗਾਂ ਦਾ ਕੰਮ ਹੁੰਦਾ ਹੈ ਸੰਘਰਸ਼ ਦੇ ਵਿੱਚੋਂ ਨਿਚੋੜ ਕੱਢ ਕੇ, ਚੰਗਾ ਤੱਤ ਕੱਢ ਕੇ, ਸੱਚ ਕੱਢ ਕੇ ਅਗਲੀ ਪੀੜ੍ਹੀ ਦੇ ਮੋਢਿਆਂ 'ਤੇ ਰੱਖ ਦੇਣਾ ਵੀ ਹੁਣ ਇਹਨੂੰ ਅੱਗੇ ਲੈ ਕੇ ਜਾਓ। ਪਰ ਸਾਡੀ ਕੌਮ 'ਚ ਇੱਕ ਬੜੀ ਭੈੜੀ ਆਦਤ ਪੈ ਗਈ ਹੈ ਬੰਦਿਆਂ ਨੂੰ, ਅਤੇ ਵਿਦਵਾਨ ਵਰਗ ਨੂੰ ਖਾਸ ਕਰਕੇ। ਉਹ ਆਦਤ ਇਹ ਹੈ ਵੀ ਪੁਰਾਣੇ ਸੰਘਰਸ਼ ਦਾ ਜੋ ਮਾੜਾ ਨਤੀਜਾ, ਜੋ ਉਹਦੇ 'ਚ ਕੋਈ ਚੰਗੀ ਗੱਲ ਨਹੀਂ ਸੀ, ਜੋ ਔਗਣ ਸੀ, ਉਹ ਕੱਢ ਕੇ ਲਿਆਉਂਦੇ ਨੇ ਅਤੇ ਨੌਜਵਾਨਾਂ ਨੂੰ ਦਿਖਾਉਂਦੇ ਨੇ, ਡਰਾਉਂਦੇ ਨੇ। ਫਿਰ ਡਰਾਵੇ ਕਾਹਦੇ? ਵੀ ਤੁਸੀਂ ਜੇਲ੍ਹਾਂ ਨਹੀਂ ਵੇਖੀਆਂ ਜੀ, ਤੁਹਾਨੂੰ ਤੇ ਜਦੋਂ ਜਵਾਬਾ ਲੱਗੂ ਤੁਹਾਨੂੰ ਪਤਾ ਲੱਗ ਜੂ, ਤੁਹਾਡਾ ਜਦੋਂ ਤੁਹਾਨੂੰ ਛਿੱਤਰ ਫਿਰਿਆ ਤੁਹਾਨੂੰ ਪਤਾ ਲੱਗ ਜੂਗਾ। ਦੇਖੋ ਇਹਨਾਂ ਨੂੰ ਪੁੱਛੋ ਵੀ ਪਹਿਲੀ ਵਾਰ ਜਦੋਂ ਤੁਸੀਂ ਜੇਲ੍ਹਾਂ 'ਚ ਗਏ ਸੀ, ਤੁਹਾਨੂੰ ਕਿਸੇ ਨੇ ਇਹ ਡਰਾਵਾ ਪਾ ਕੇ ਘੱਲਿਆ ਸੀ? ਅਤੇ ਜੇ ਪਾ ਦਿੱਤਾ ਹੁੰਦਾ ਘਰਾਂ 'ਚ ਬਹਿ ਜਾਂਦੇ। ਅਸੀਂ ਜਿਹੜੇ ਰਾਹ 'ਤੇ ਤੁਰੇ ਹਾਂ, ਅਸੀਂ ਬੜਾ ਕੁਛ ਵੇਖਣਾ ਹੈ, ਅਤੇ ਸਾਨੂੰ ਇਸ ਗੱਲ ਦਾ ਭੁਲੇਖਾ ਨਹੀਂ, ਅਸੀਂ ਕਿਸੇ ਭੁਲੇਖੇ 'ਚ ਨਹੀਂ ਹੈਗੇ। ਇਸ ਇਲਾਕੇ 'ਚ ਰਹੇ ਹਾਂ, ਸਾਨੂੰ ਸੁਣਦੇ ਹੀ ਵੱਡੇ ਹੋਏ ਆ ਸਾਰਾ ਕੁਛ, ਕੀ ਕੁਛ ਵਾਪਰਿਆ। ਅਸੀਂ ਇਸ ਭੁਲੇਖੇ 'ਚ ਬਿਲਕੁਲ ਨਹੀਂ ਵੀ ਸਾਡੇ ਨਾਲ ਕੀ ਹੋ ਸਕਦਾ ਕੀ ਨਹੀਂ ਹੋ ਸਕਦਾ। ਅਤੇ ਪਹਿਲੇ ਦਿਨ ਜਦੋਂ ਇਹ ਗੱਲ ਕਹੀ ਸੀ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਆ, ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ, ਹੋ ਸਭਨਾ ਕੀ ਰੇਣੂਕਾ ਤੋ ਆਓ ਹਮਾਰੇ ਪਾਸ। ਅਸੀਂ ਇਹ ਬਚਨ ਸਿਰਫ ਪੜ੍ਹਨ ਨੂੰ ਨਹੀਂ ਸੁਣੇ ਜਾਂ ਸੁਣਾਏ, ਇੱਥੇ ਇਹਨਾਂ 'ਤੇ ਅਮਲ ਕਰਨਾ ਹੈ, ਅਮਲ ਕਰਨ ਦੀ ਕੋਸ਼ਿਸ਼ ਕਰਨੀ ਹੈ, ਮੌਤ ਦਾ ਭੈ ਮਨ 'ਚੋਂ ਕੱਢਣਾ ਹੈ। ਖੰਡੇ ਬਾਟੇ ਦੀ ਪੌਲ ਛਕਣ ਦੀ ਨੌਜਵਾਨਾਂ ਨੂੰ ਤਾਂ ਕਿਹਾ ਸੀ ਵੀ ਗੁਰੂ ਦਾ ਹੁਕਮ ਹੈ, ਇਸ ਪੌਲ ਨੇ ਮ੍ਰਿਤ ਨੂੰ ਅੰਮ੍ਰਿਤ ਕਰਨਾ ਹੈ, ਭਾਵ ਮੁਰਦੇ ਨੂੰ ਜਿਉਂਦੇ ਕਰ ਦੇਣਾ ਹੈ। ਅਤੇ ਨੌਜਵਾਨਾਂ ਨੂੰ ਇਹ ਸੀ ਵੀ ਆਪਾਂ ਆਵਾਂਗੇ, ਇਕੱਠੇ ਹੋਵਾਂਗੇ, ਇੱਕ ਤਾਂ ਵਕਾਰਾਂ ਤੋਂ ਬਚਾਂਗੇ, ਨਸ਼ਿਆਂ ਦਾ ਜਿਹੜਾ ਦਰਿਆ ਵਗ ਰਿਹਾ ਪੰਜਾਬ ਦਾ ਉਹਦੇ ਤੋਂ ਬਚਾਂਗੇ, ਇੱਕ ਜਿਹੜੇ ਸਾਡੇ ਜ਼ਿੰਦਗੀ ਦੇ ਵਿੱਚ ਦਿਖ ਦਿਖਾਵੇ ਨੇ ਵੀ ਅਸੀਂ ਦਿਖਾਵਾ ਕਰਨ ਦੇ ਵਿੱਚ ਰੁੱਝੇ ਹੋਏ ਹਾਂ, ਉਸ ਤੋਂ ਬਚ ਜਾਵਾਂਗੇ, ਅਤੇ ਨਾਲ ਅਸੀਂ ਕੌਮ ਲਈ ਸੰਘਰਸ਼ ਲੜਾਂਗੇ। ਮੈਨੂੰ ਬੜੇ ਲੋਕਾਂ ਨੇ ਸਵਾਲ ਕੀਤਾ ਵੀ ਤੁਸੀਂ ਸਿਰ ਦੇਣ ਦੀ ਗੱਲ ਕੀਤੀ ਹੈ ਜੀ, ਸਿਰ ਕਿਹੜਾ ਦੇਣਾ ਹੈ? ਕਿਉਂਕਿ ਬਹੁਤਿਆਂ ਨੂੰ ਅਤੇ ਬਹੁਤਿਆਂ ਤੁਕਾਂ ਦੇ ਅਰਥ ਇੱਦਾਂ ਕਰੀ ਜਾਂਦੇ ਨੇ ਵੀ ਜਿੱਥੇ ਲੜਨ ਮਰਨ ਦੀ ਗੱਲ ਆਉਂਦੀ ਹੋਵੇ, ਉੱਥੇ ਜਿਹਦਾ ਲੜਨ ਨੂੰ ਜੀ ਨਾ ਕਰੇ, ਉਹ ਤੁਕ ਦੀ ਬਾਣੀ ਦੀ ਵਿਆਖਿਆ ਹੀ ਇੱਦਾਂ ਦੀ ਕਰ ਦਿੰਦਾ ਵੀ ਲੜਨਾ ਨਾ ਪਵੇ। ਉਹ ਕਹਿੰਦੇ ਵੀ ਜਿਹੜੇ ਬਚਨ ਨੇ ਸੂਰਾ ਸੋ ਪਹਿਚਾਨੀਆਂ ਜੋ ਲੜੇ ਦੀਨ ਘੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛੱਡੇ ਖੇਤ। ਇਹਦਾ ਅਰਥ ਹੈ ਜੀ ਮਨ ਦੀ ਲੜਾਈ ਹੈ ਜੀ, ਮਨ ਦੀ ਲੜਾਈ। ਮਹਾਰਾਜ ਨੇ ਪੁਰਜਾ ਪੁਰਜਾ ਕੱਟ ਕੇ ਕਿਉਂ ਕਹਿਣਾ ਸੀ? ਭਗਤ ਕਬੀਰ ਜੀ ਦੇ ਵਚਨ ਨੇ ਇਹ ਕਿਉਂ ਕਹਿਣਾ ਸੀ ਵੀ ਪੁਰਜਾ ਪੁਰਜਾ ਕੱਟਿਆ ਜਾਂਦਾ ਹੈ? ਦੀਨ ਦੇ ਹੇਤ ਲੜਦਿਆਂ ਸੂਰਮੇ ਕਿਸੇ ਦਾ ਪੁਰਜਾ ਪੁਰਜਾ ਕੱਟਿਆ ਜਾ ਰਿਹਾ, ਇਹ ਕਹਿੰਦੇ ਮਨ ਦੀ ਲੜਾਈ। ਇਹ ਕਿਉਂ ਕਿਹਾ ਜਾਂਦਾ? ਉਹ ਇਸ ਕਰਕੇ ਕਿਹਾ ਜਾਂਦਾ ਵੀ ਆਪ ਜਦੋਂ ਕੋਈ ਮਨੁੱਖ ਨਾ ਕਰਨਾ ਚਾਹਵੇ, ਉਹ ਸੰਸਾਰ ਦੀ ਵਿਆਖਿਆ ਇਸ ਤਰੀਕੇ ਨਾਲ ਕਰਦਾ ਵੀ ਉਹਨੂੰ ਜਿਵੇਂ ਸੂਟ ਕਰਦੀ, ਜਿਵੇਂ ਉਹਨੂੰ ਚੰਗੀ ਲੱਗਦੀ। ਸੋ ਅਸੀਂ ਨੌਜਵਾਨੋ ਇਸ ਗੱਲ ਲਈ ਤਿਆਰ ਹੋ ਜਾਓ, ਜਿਵੇਂ ਭਾਈ ਸਾਹਿਬ ਨੇ ਕਿਹਾ, ਜਿਹੜੇ ਵੀ ਰਾਹ ਆਜ਼ਾਦੀ ਵੱਲ ਨੂੰ ਜਾਂਦੇ ਨੇ ਸਾਰਿਆਂ 'ਚ ਅਸੀਂ ਸ਼ਾਮਲ ਹੋਣਾ, ਚਾਹੇ ਉਹ ਵੋਟਾਂ ਨੇ, ਚਾਹੇ ਕੁਛ ਹੈ। ਜਿਹੜੀਆਂ ਧਿਰਾਂ ਆਜ਼ਾਦ ਰਾਜ ਦੀ ਗੱਲ ਕਰਕੇ ਤੁਹਾਡੇ ਕੋਲ ਵੋਟ ਮੰਗਣ ਆਉਂਦੀਆਂ, ਉਹਨਾਂ ਨੂੰ ਵੋਟ ਵੀ ਪਾਉਣੀ ਹੈ, ਪਰ ਕਿਸੇ ਵੀ ਹੱਲ ਦੇ ਉੱਤੇ ਇੰਨਾ ਨਿਸ਼ਚਾ ਨਹੀਂ ਕਰ ਲੈਣਾ ਵੀ ਇਹੋ ਹੀ ਹੱਲ ਸਾਨੂੰ ਇੱਧਰ ਲੈ ਕੇ ਚੱਲੂਗਾ। ਕਿਉਂਕਿ ਗੁਲਾਮ ਕੌਮ ਹੋਵੇ, ਪਿੰਜਰੇ 'ਚ ਬੰਦ ਹੋਵੇ, ਅਤੇ ਪਿੰਜਰਾ ਚਾਰੇ ਪਾਸਿਓਂ ਤੋੜਨ ਦਾ ਯਤਨ ਕਰਨਾ ਚਾਹੀਦਾ ਹੈ, ਕੋਈ ਇੱਕ ਪਾਸੇ ਨਹੀਂ ਲੱਗੇ ਰਹਿਣਾ ਚਾਹੀਦਾ। ਕਿਉਂਕਿ ਕਿਸੇ ਨਾ ਕਿਸੇ ਰਾਹ ਦੇ ਵਿੱਚੋਂ ਕੁਛ ਨਾ ਕੁਛ ਮਿਲੂਗਾ। ਪਰ ਇੱਕ ਗੱਲ ਸੱਚ ਹੈ, ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਹੈ ਨਿਜ ਬਲ ਸੇ ਲੈ। ਇਹ ਰਾਜ ਕਿਸੇ ਨੇ ਨਹੀਂ ਦੇਣਾ, ਅਤੇ ਲਹੂ ਡੋਲਣ ਤੋਂ ਬਿਨਾਂ ਰਾਜ ਮਿਲਣਾ ਨਹੀਂ। ਇਹ ਵੀ ਤੁਸੀਂ ਲਿਖ ਕੇ ਰੱਖ ਲਓ ਕਿਤੇ। ਜਿਹੜਾ ਬੰਦਾ ਤੁਹਾਨੂੰ ਆਣ ਕੇ ਇਹ ਕਹਿ ਜਾਂਦਾ ਵੀ ਮੈਂ ਜੀ ਬੰਦੇ ਦੇ ਚੀਜ਼ ਹੀ 'ਤੇ ਵੱਢ ਨਹੀਂ ਲੱਗਣ ਦੇਣਾ ਅਤੇ ਮੈਂ ਤੈਨੂੰ ਰਾਜ ਲੈ ਦੂੰਗਾ, ਉਹ ਝੂਠ ਬੋਲ ਰਿਹਾ। ਰਾਜ ਜਿੱਦਣ ਲੈਣਾ ਹੈ, ਸਿਰਾਂ ਦੇ ਮੁੱਲ ਵੀ ਪੈਣੇ ਨੇ, ਸਿਰਾਂ ਦੇ ਮੁੱਲ ਪੈ ਕੇ ਬੰਦ ਵੀ ਕੱਟਿਆ ਜਾਣਾ ਹੈ, ਜਮੂਰਾਂ ਨਾਲ ਮਾਸ ਵੀ ਨੋਇਆ ਜਾਣਾ ਹੈ, ਧੀਆਂ ਪੁੱਤਾਂ ਦੇ ਕਲੇਜੇ ਵੀ ਮੂੰਹ 'ਚ ਪੈਣੇ ਨੇ, ਅਤੇ ਮਾਵਾਂ ਨੂੰ ਆਪਣੇ ਪੁੱਤਰਾਂ ਦੇ ਹਾਰ ਆਂਦਰਾਂ ਦੇ ਗਲਾਂ 'ਚ ਪਵਾਉਣੇ ਪੈਣੇ ਨੇ, ਬੋਟੀ ਕਰਾ ਕੇ। ਫਿਰ ਰਾਜ ਭਾਗ ਦੀ ਪ੍ਰਾਪਤੀ ਹੋਣੀ ਹੈ। ਕਿਉਂਕਿ ਰਾਜ ਭਾਗ ਰੁਕਿਆ ਕਿਉਂ ਹੈ? ਮਹਾਰਾਜ ਦੇ ਬਚਨ ਸਨ, ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬਹਿ ਗਏ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਤੇ ਜਦੋਂ ਅਸੀਂ ਵਿਪਰ ਦੀ ਰੀਤ ਤੁਰੇ, ਸਤਿਗੁਰ ਸੱਚੇ ਪਾਤਸ਼ਾਹ ਨੇ ਜਿਹੜਾ ਰਾਜ ਬਖਸ਼ਿਆ ਸੀ ਉਹ ਖੋਹ ਲਿਆ, ਅਤੇ ਵਾਪਸ ਕਿਵੇਂ ਮਿਲਣਾ? ਜਦੋਂ ਕੋਈ ਨਾਰਾਜ਼ ਹੋ ਜਾਵੇ ਸਾਡੇ ਤੋਂ, ਉਹਦੀ ਸੇਵਾ ਕਰੀਦੀ ਹੈ, ਉਹਨੂੰ ਮਨਾਈਦਾ ਹੈ। ਅਤੇ ਜੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੋਂ ਨਾਰਾਜ਼ ਹੋ ਗਏ ਨੇ, ਅਤੇ ਇਹਨਾਂ ਦੀ ਸੇਵਾ ਕਿਵੇਂ ਕਰਨੀ ਹੈ? ਇਹਨਾਂ ਦੀ ਸੇਵਾ ਇਸ ਕਰਕੇ ਕਰਨੀ ਹੈ
ਵੀ ਜਦੋਂ ਪ੍ਰੀਖਿਆ ਕੀ ਹੈ, ਮਨੁੱਖ ਦੀ ਪ੍ਰੀਖਿਆ ਇਹ ਆ ਵੀ ਗੁਰੂ ਫਿਰ ਕਸ਼ਟ ਦਿੰਦਾ ਹੈ। ਤੇ ਜਿਹੜਾ ਕਸ਼ਟ ਨੂੰ ਭਾਣੇ ਦੇ ਰੂਪ 'ਚ ਹੱਸ ਕੇ ਜਰ ਲਵੇ, ਜਿਹੜਾ ਬੰਦ-ਬੰਦ ਕਟਵਾ ਕੇ ਵੀ ਗੁਰੂ ਦੀ ਬਾਣੀ ਪੜ੍ਹੇ, ਜਿਹੜਾ ਬੰਦ-ਬੰਦ ਕਟਵਾ ਕੇ, ਜਿਹੜਾ ਖੋਪੜੀਆਂ ਲਹਾ ਕੇ ਵੀ ਗੁਰੂ ਦੇ ਨਾਲ ਜੁੜਿਆ ਰਵੇ, ਤੇ ਫਿਰ ਗੁਰੂ ਉਹਦੀ ਨਿਗਾਹ ਸਵੱਲੀ ਹੋ ਜਾਂਦੀ ਹੈ। ਗੁਰੂ ਦਾ ਪ੍ਰੇਮ ਜਿਹੜਾ ਹੈ ਗੁਰੂ ਮੁੜ ਕੌਮ ਨੂੰ ਕਰਨ ਲੱਗ ਪੈਂਦਾ। ਸੋ ਆਪਾਂ ਰਾਜ ਇਹ ਨਹੀਂ ਵੀ ਹਿੰਦੁਸਤਾਨ ਦੀ ਹਕੂਮਤ ਕੋ ਮੰਗਦੇ ਹਾਂ, ਅਸੀਂ ਰਾਜ ਕਿਸੇ ਹਕੂਮਤ ਕੋ ਨਹੀਂ ਮੰਗਦੇ, ਨਾ ਇਹਨਾਂ ਕੋ ਅਸੀਂ ਹੱਕ ਮੰਗਦੇ ਹਾਂ। ਅਸੀਂ ਹੱਕ ਵੀ ਗੁਰੂ ਸਾਹਿਬ ਕੋਲੋਂ ਮੰਗਦੇ ਹਾਂ, ਰਾਜ ਵੀ ਉਹਨਾਂ ਕੋਲੋਂ ਮੰਗਦੇ ਹਾਂ, ਪਰ ਪ੍ਰੀਖਿਆ ਗੁਰੂ ਨੇ ਇਸੇ ਸੰਸਾਰ 'ਚ ਲੈਣੀ ਹੈ। ਤੇ ਜੇ ਸਿੱਖ ਡਰਦਾ ਮੌਤ ਤੋਂ ਫਿਰੇ, ਜੇ ਸਿੱਖ ਵੱਢ ਟੁੱਕ ਤੋਂ ਡਰਦਾ ਫਿਰੇ, ਜੇ ਸਿੱਖ ਜੇਲ੍ਹਾਂ ਤੋਂ ਡਰਦਾ ਫਿਰੇ, ਪਰਚੀਆਂ ਤੋਂ ਡਰਦਾ ਫਿਰੇ, ਤੇ ਫਿਰ ਗੁਰੂ ਨੇ ਰਾਜ ਕਾਹਤੋਂ ਦੇਣਾ? ਰਾਜ ਤੇ ਗੁਰੂ ਨੇ ਉਸੇ ਨੂੰ ਬਿਠਾਉਣਾ ਹੈ, ਉਦੋਂ ਬਿਠਾਉਣਾ ਹੈ ਜਦੋਂ ਅਸੀਂ ਰਾਜ ਦੇ ਕਾਬਲ ਬਣ ਗਏ। ਸੋ ਨੌਜਵਾਨੋ, ਬਾਰ-ਬਾਰ ਮੈਂ ਇਹ ਗੱਲ ਕਿਉਂ ਕਹਿਣਾ ਵੀ ਸਾਨੂੰ ਗੁਰੂ ਘਰੇ ਮੁੜਨਾ ਪੈਣਾ। ਹਿੰਦੁਸਤਾਨ ਦੀ ਹਕੂਮਤ ਨੇ ਤਹੱਈਆ ਕੀਤਾ ਵੀ ਸਿੱਖਾਂ ਦੇ ਪੁੱਤਰ ਸਿੱਖਾਂ ਅੱਗੇ ਲੱਗਣ ਨਾ। ਹਿੰਦੁਸਤਾਨ ਦੀ ਹਕੂਮਤ ਨੇ ਐਸੀਆਂ ਚਾਲਾਂ ਖੇਡੀਆਂ ਵੀ ਹਿੰਦੁਸਤਾਨ ਦੇ ਵਿੱਚ ਰਹਿੰਦਿਆਂ ਜਿਹੜੇ ਸਿੱਖ ਸਨ ਉਹ ਆਪਣੇ ਸਰੂਪ ਤੋਂ ਘਿਰਣਾ ਕਰਨ ਲੱਗ ਪਏ। ਉਹਨਾਂ ਨੂੰ ਆਪਣੇ ਦਾੜੇ ਨਹੀਂ ਚੰਗੇ ਲੱਗਦੇ, ਆਪਣੀਆਂ ਦਸਤਾਰਾਂ ਨਹੀਂ ਚੰਗੀਆਂ ਲੱਗਦੀਆਂ। ਇਸ ਕਰਕੇ ਜਦੋਂ ਇੱਕ ਹਕੂਮਤ ਸਾਡੇ ਕੋਲ ਸਾਜ਼ਿਸ਼ ਦੇ ਤਹਿਤ ਕੋਈ ਕੰਮ ਕਰਾ ਰਹੀ ਹੈ, ਉਹ ਕੰਮ ਅਸੀਂ ਕਰਨਾ ਨਹੀਂ, ਅਸੀਂ ਉਹਦੇ ਉਲਟ ਜਾ ਕੇ ਉਹ ਕੰਮ ਕਰਨਾ ਹੈ। ਬਾਗੀਆਂ ਦਾ ਕੰਮ ਹੀ ਹੁੰਦਾ ਹੈ, ਬਾਗੀਆਂ ਦਾ ਕੰਮ ਇਹ ਹੁੰਦਾ ਹੈ ਵੀ ਬਾਗੀਆਂ ਨੇ ਬਗਾਵਤ ਕਰਨੀ ਹੈ ਤੇ ਬਗਾਵਤ ਕਰਕੇ ਗੁਰੂ ਦੇ ਹੁਕਮਾਂ 'ਚ ਚੱਲਣਾ। ਤੇ ਜੇ ਬਾਗੀ ਜਿਹੜੇ ਨੇ, ਜਿਹੜੇ ਅਕਾਲ ਪੁਰਖ ਦੇ ਪੁਜਾਰੀ ਆ, ਕੇਵਲ ਅਕਾਲੀ ਸ਼ਬਦ ਦਾ ਅਰਥ ਇਹ ਹੈ ਵੀ ਕੇਵਲ ਅਕਾਲ ਦੀ ਪੂਜਾ ਕਰਨੀ, ਕਿਸੇ ਦੁਨਿਆਵੀ ਹਕੂਮਤ ਦੀ, ਦੁਨਿਆਵੀ ਰਾਜ ਦੀ, ਦੁਨਿਆਵੀ ਤਖਤ ਦੇ ਅਧੀਨ ਨਹੀਂ ਚੱਲਣਾ, ਸਿਰਫ ਅਕਾਲੀ ਬਣਨਾ, ਅਕਾਲ ਦੇ ਪੁਜਾਰੀ ਬਣਨਾ। ਤੇ ਜਿਹੜੇ ਅਕਾਲੀ ਹੋਣ, ਬਾਗੀ ਹੋਣ, ਉਹ ਹਕੂਮਤ ਦੀਆਂ ਗੱਲਾਂ ਮੰਨ ਕੇ, ਹਕੂਮਤ ਦੇ ਪ੍ਰਾਪੋਗੰਡੇ ਦਾ ਸ਼ਿਕਾਰ ਹੋ ਕੇ ਦਾੜੀਆਂ ਬਣਾ ਲੈਣ, ਕੇਸ ਕਤਲ ਕਰਾ ਲੈਣ, ਭਰਵੱਟੇ ਬਣਾ ਲੈਣ, ਦਸਤਾਰਾਂ ਲਾ ਦੇਣ, ਤੇ ਫਿਰ ਤੁਸੀਂ ਦੱਸੋ ਵੀ ਅਸੀਂ ਕਿਹੜਾ ਰਾਜ ਲੈਣ ਦੀ ਗੱਲ ਕਰਦੇ ਹਾਂ? ਸੋ ਰਾਜ ਸਾਨੂੰ ਚਾਹੀਦਾ ਹੈ, ਫਿਰ ਗੁਰੂ ਦੇ ਹੁਕਮਾਂ ਚੱਲਣਾ ਪੈਣਾ। ਤੇ ਗੁਰੂ ਦਾ ਹੁਕਮ ਕੀ ਹੈ? ਵੀ ਕੇਸਾਧਾਰੀ ਹੋਣਾ, ਸ਼ਸਤਰਧਾਰੀ ਹੋਣਾ, ਸ਼ਸਤਰਧਾਰੀ ਹੋ ਕੇ ਗੁਰੂ ਦੇ ਦਰਸ਼ਨ ਆਉਣਾ ਕਰਨਾ। ਤੇ ਸਾਡੇ ਕੋਲ ਅੱਜ ਇੱਥੇ ਨੌਜਵਾਨ ਇੰਨੇ ਬੈਠੇ ਆ, ਜੇ ਤੁਸੀਂ ਸ਼ਸਤਰਧਾਰੀ ਹੋਵੋ, ਬਾਣਾ ਪਾਇਆ ਹੋਵੇ ਨੀਲਾ, ਤੇ ਕਿਹੜਾ ਬੰਦਾ ਤੁਹਾਨੂੰ ਆਣ ਕੇ ਕਹਿ ਦਊਗਾ ਵੀ ਭਾਈ, ਜਿੱਦਾਂ ਪਾਸਟਰ ਪਿੰਡਾਂ ਜਾਣ ਕੇ ਪੁੱਛਦੇ ਨੇ ਬਾਰ-ਬਾਰ ਵੀ ਗੁਰੂ ਨੇ ਕੀ ਦਿੱਤਾ ਹੈ, ਇਹ ਕਿਸੇ ਨਿਹੰਗ ਸਿੰਘ ਨੂੰ ਪੁੱਛਦੇ ਵੇਖੇ ਤੁਸੀਂ ਕਦੀ ਵੀ ਗੁਰੂ ਨੇ ਤੁਹਾਨੂੰ ਕੀ ਦਿੱਤਾ ਹੈ? ਇਹ ਪੁੱਛਦੇ ਕਿਉਂ ਨੇ? ਕਿਉਂਕਿ ਉਹਨਾਂ ਨੂੰ ਲੱਗਦਾ ਵੀ ਇਹ ਗੁਰੂ ਦੇ ਸਿੱਖ ਰਹੇ ਨਹੀਂ, ਇਹਨਾਂ ਦੇ ਮੂੰਹ ਤੇ ਦਾੜੀ ਨਹੀਂ, ਇਹਨਾਂ ਦੇ ਸਿਰ ਤੇ ਦਸਤਾਰ ਨਹੀਂ, ਇਹਨਾਂ ਦੇ ਹੱਥ 'ਚ ਸ਼ਸਤਰ ਨਹੀਂ, ਤੇ ਇਹਨਾਂ ਦੇ ਸਾਹਮਣੇ ਇਹਨਾਂ ਦੀ ਗੁਰੂ ਦੀ ਕੋਈ ਤੋਹੀਨ ਕਰਦੇ ਹੋ, ਇਹਨਾਂ ਕਿਹੜਾ ਕੁਛ ਕਹਿਣਾ ਅੱਗੇ? ਤੇ ਵਾਕਿਆ ਗੱਲ ਠੀਕ ਹੈ, ਇੰਨੀਆਂ ਬੇਅਦਬੀਆਂ ਹੋ ਗਈਆਂ ਤੇ ਪੰਥ ਦੇ ਜਿਹੜੇ ਵੱਡੇ ਵੱਡੇ ਵਿਦਵਾਨ ਬਣੇ ਫਿਰਦੇ ਨੇ, ਉਹਨਾਂ ਨੂੰ ਕੋਈ ਹੋਸ਼ ਨਹੀਂ ਆਈ। ਅਜੇ ਵੀ ਸਵਾਲ ਉਹ ਕਰੀ ਜਾਂਦੇ ਨੌਜਵਾਨਾਂ ਦੇ ਵੀ ਨੌਜਵਾਨ ਇਦਾਂ ਕਿਉਂ ਕਰ ਰਹੇ ਜੇ? ਨੌਜਵਾਨਾਂ ਨੇ ਪੁੱਤ ਮਰਾ ਦੇਣੇ ਕੌਮ ਦੇ। ਜਿਹੜੇ ਆਹ ਪਿੰਡ ਹੈ, ਇੱਥੇ ਜਿੰਨੇ ਸ਼ਹੀਦ ਹੋਏ ਨੇ ਉਹਨਾਂ ਦੀ ਵੀ ਗਿਣਤੀ ਕਰ ਲਿਓ, ਜਿੰਨੇ ਚਿੱਟੇ ਦਾ ਟੀਕਾ ਲਾ ਕੇ ਮਰ ਗਏ ਉਹਨਾਂ ਦੀ ਵੀ ਗਿਣਤੀ ਕਰ ਲਿਓ, ਤੇ ਮੈਂ ਦਾਅਵੇ ਨਾਲ ਕਹਿ ਦਿੰਦਾ ਚਿੱਟੇ ਨਾਲ ਮਰਨ ਵਾਲੇ ਦੀ ਗਿਣਤੀ ਜ਼ਿਆਦਾ ਹੋਣੀ ਹੈ। ਕਿਉਂ ਹੋਣੀ ਹੈ? ਕਿਉਂਕਿ ਹਕੂਮਤ ਨੇ ਆਪਣਾ ਤਰੀਕਾ ਬਦਲਿਆ ਨੌਜਵਾਨਾਂ ਦਾ ਘਾਣ ਕਰਨ ਦਾ। ਇੱਕ ਗੈਰਤਮੰਦੀ ਦੀ ਮੌਤ ਸੀ, ਅੱਜ ਸ਼ਹੀਦਾਂ ਦੇ ਯਾਦ 'ਚ ਇਕੱਠੇ ਹੋਏ ਆ। ਸ਼ਹੀਦ ਦੀ ਮੌਤ ਜਿਹੜੀ ਹੈ ਉਹ ਬੜੀ ਉੱਚੀ ਮੌਤ ਹੈ, ਉਹ ਮੌਤ ਪ੍ਰਵਾਨ ਹੈ ਗੁਰੂ ਨੂੰ, ਤੇ ਗੁਰੂ ਨੇ ਉਹਨੂੰ ਸੀਨੇ ਨਾਲ ਲਾਉਣਾ ਹੈ ਜਿਹੜਾ ਇਸ ਮੌਤ ਦੇ ਰਾਹ 'ਤੇ ਤੁਰਿਆ। ਤੇ ਜਿਹੜੀ ਦੂਜੀ ਮੌਤ ਹੈ ਉਹਨੂੰ ਤੇ ਘਰ ਦੇ ਵੀ ਡਰਦੇ ਝੂਠ ਬੋਲਦੇ ਨੇ, ਘਰ ਦੇ ਵੀ ਬਦਨਾਮੀ ਤੋਂ ਡਰਦੇ ਝੂਠ ਬੋਲ ਦਿੰਦੇ ਨੇ ਵੀ ਸਾਡਾ ਮੁੰਡਾ ਰਾਤ ਸੁੱਤਾ ਹੀ ਸੌਂ ਗਿਆ। ਪਤਾ ਸਾਰਿਆਂ ਨੂੰ ਹੁੰਦਾ ਵੀ ਕੀ ਵਾਪਰ ਰਿਹਾ। ਇੱਕ ਪਾਸੇ ਜੱਗ ਜਹਾਨ 'ਚ ਦਸੀਦਾ ਹੈ ਵੀ ਫਲਾਣਾ ਸੂਰਮਾ ਸੀ, ਕੋਈ ਲੜ ਕੇ ਸ਼ਹੀਦ ਹੋਇਆ, ਵਾਰਾਂ ਗਾਈ ਦੀਆਂ ਨੇ, ਢਾਡੀ ਵਾਰਾਂ, ਤੇ ਦੂਜੇ ਪਾਸੇ ਸਾਰਾ ਪਿੰਡ ਰਲ ਕੇ ਝੂਠ ਬੋਲਦਾ, ਘਰ ਦੇ ਝੂਠ ਬੋਲਦੇ ਨੇ, ਰਿਸ਼ਤੇਦਾਰ ਝੂਠ ਬੋਲਦੇ ਨੇ, ਗੁਰੂ ਦੀ ਹਜ਼ੂਰੀ 'ਚ ਖੜ ਕੇ ਕਹੀ ਜਾਂਦੇ ਨੇ ਵੀ ਨਹੀਂ ਜੀ ਪਤਾ ਨਹੀਂ ਲੱਗਾ ਕੀ ਹੋ ਗਿਆ। ਸੋ ਇਸ ਕਰਕੇ ਇਹ ਭੁਲੇਖਾ, ਅਸੀਂ ਜਿੰਨਾ ਚਿਰ ਅੱਖਾਂ ਮੀਟ ਛੱਡਾਂਗੇ ਤੇ ਅੱਖਾਂ ਮੀਟ ਕੇ ਕਬੂਤਰ ਸੋਚਦਾ ਵੀ ਬਿੱਲੀ ਚਲ ਗਈ ਹੈ, ਪਰ ਖਤਰਾ ਉੱਥੇ ਹੀ ਖੜਿਆ ਹੁੰਦਾ। ਤੁਸੀਂ ਸੱਚ ਤੋਂ ਜਿੰਨੇ ਮਰਜ਼ੀ ਭੱਜ ਜਾਓ, ਸੱਚ ਤੋਂ ਭੱਜ ਕੇ ਅਸੀਂ ਅਮਰੀਕਾ ਕੈਨੇਡਾ ਜਾ ਕੇ ਬਹਿ ਗਏ, ਸੱਚ ਤੋਂ ਭੱਜਣ ਲਈ ਅਸੀਂ ਇਹ ਜ਼ੋਰ ਲਾ ਲਿਆ ਵੀ ਪੰਜਾਬ 'ਚ ਨਹੀਂ ਰਹਿਣਾ, ਤੇ ਉੱਥੇ ਜਾ ਕੇ ਪੁੱਛ ਲਓ ਜਿਹਨਾਂ ਨੂੰ ਫੋਨ ਕਰਕੇ ਜਿਹੜੇ ਗਏ ਨੇ ਵੀ ਸੰਤੁਸ਼ਟੀ ਮਿਲ ਗਈ ਹੈ। ਜਿਹੜਾ ਮਨੁੱਖ ਸੱਚ ਤੋਂ ਭੱਜੇ, ਜਿਹੜੀ ਕੌਮ ਆਪਣੇ ਹਾਲਾਤਾਂ ਤੋਂ ਭਗੌੜੀ ਹੋਣ ਦੀ ਕੋਸ਼ਿਸ਼ ਕਰੇ, ਉਹਨੂੰ ਕਿਤੇ ਢੋਈ ਨਹੀਂ ਮਿਲਦੀ ਸੰਸਾਰ ਦੇ ਵਿੱਚ, ਉਹਨੂੰ ਕਿਤੇ ਆਰਾਮ ਨਹੀਂ ਮਿਲਦਾ। ਬੇਚੈਨੀ ਤੇ ਭਟਕਣਾ ਉਹਦੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ। ਸੋ ਜੇ ਅਸੀਂ ਬੇਚੈਨੀ ਤੇ ਭਟਕਣਾ ਤੋਂ ਬਚਣਾ ਹੈ, ਇੱਕੋ ਤਰੀਕਾ ਹੈ ਸੱਚ ਦਾ ਸਾਹਮਣਾ ਕਰੀਏ। ਤੇ ਸੱਚ ਕੀ ਹੈ? ਸੱਚ ਇਹ ਹੈ ਵੀ ਹਰਾਮ ਦੇ ਟੁੱਕੜ ਨਾਲੋਂ ਚੁੱਲ੍ਹਿਆਂ 'ਚ ਘਾਹ ਉਗਾਲਣਾ ਚੰਗਾ ਹੁੰਦਾ। ਅਸੀਂ ਹਰਾਮ ਦਾ ਟੁੱਕੜ ਖਾ ਰਹੇ ਹਾਂ। ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ।
ਇਹ ਮਹਾਰਾਜ ਦੇ ਬਚਨ ਨੇ। ਜਿਉਂਦਿਆਂ ਜੀ ਸਾਡੀ ਧੀਆਂ ਭੈਣਾਂ ਦੀ ਪੱਤ ਲੁੱਟੀ ਗਈ, ਜਿਉਂਦਿਆਂ ਜੀ ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਹੈ, ਜਿਉਂਦੇ ਜੀ ਸਾਡੇ ਪਾਣੀ ਲੁੱਟੇ ਗਏ, ਸਾਡੇ ਕੋਠਿਆਂ ਜਿਹੜੇ ਨੌਜਵਾਨ ਨੇ ਜਿਹੜੇ ਏਡੇ ਏਡੇ ਸੂਰਮੇ ਬਣਨੇ ਸੀ ਨਾੜ 'ਚ ਨਸ਼ੇ ਦਾ ਟੀਕਾ ਲਾ ਕੇ ਮਰ ਗਏ। ਤੇ ਅਸੀਂ ਜਦੋਂ ਰੋਟੀ ਖਾਂਦੇ ਹਾਂ, ਟੁੱਕ ਖਾਂਦੇ ਹਾਂ, ਉਹ ਹਰਾਮ ਦਾ ਨਹੀਂ ਤੇ ਕਾਹਦਾ? ਇਹ ਸਭ ਕੁਝ ਹਰਾਮ ਦਾ ਖਾ ਰਹੇ ਹਾਂ। ਐਵੇਂ ਇੱਕ ਦੂਜੇ ਨੂੰ ਦਿਲਾਸੇ ਦੇਈ ਜਾਈਏ ਵੀ ਬੜੀ ਚੜ੍ਹਦੀ ਕਲਾ, ਸਾਰਾ ਕੁਝ ਚੜ੍ਹਦੀ ਕਲਾ ਸੱਚ ਸਵੀਕਾਰਨ 'ਚ ਜ਼ਰੂਰ ਹੈਗੀ ਹੈ। ਜੇ ਅਸੀਂ ਮੰਨ ਲਈਏ ਵੀ ਦਸ਼ਾ ਸਾਡੀ ਬਹੁਤ ਮਾੜੀ ਹੈ, ਜੇ ਅਸੀਂ ਮੰਨ ਲਈਏ ਵੀ ਸਾਡੀ ਕੌਮ ਤੇ ਗੁਲਾਮੀ ਦਾ ਆਲਮ ਬੜਾ ਭੈੜਾ ਹੈ, ਫਿਰ ਵੀ ਅਸੀਂ ਚੜ੍ਹਦੀ ਕਲਾ 'ਚ। ਸਾਡੀ ਢਹਿੰਦੀ ਕਲਾ ਉਦਣ ਹੈ ਜਦੋਂ ਅਸੀਂ ਮੰਨਦੇ ਨਹੀਂ ਤੇ ਮੰਨ ਕੇ ਤੁਰਦੇ ਨਹੀਂ। ਸੋ ਨੌਜਵਾਨੋ, ਤੁਸੀਂ ਬਹੁਤ ਮੈਨੂੰ ਮਿਲਦੇ ਜੋ ਬੜੇ ਪ੍ਰੇਮ ਨਾਲ, ਤੇ ਮੈਨੂੰ ਬੜਾ ਪ੍ਰੇਮ ਹੈ ਜਿਹੜੇ ਨੌਜਵਾਨ ਕਈ ਮੋਨੇ ਕੋਨੇ ਆਣ ਕੇ ਕਹਿੰਦੇ ਵੀ ਅਸੀਂ ਕੌਮ ਲਈ ਕੁਝ ਵੀ ਕਰਾਂਗੇ। ਮੇਰੀ ਤੁਹਾਡੇ ਲਈ ਚਰਨਾਂ 'ਚ ਹੀ ਬੇਨਤੀ ਹੈ, ਇਹਨੂੰ ਇਹ ਨਾ ਸੋਚਿਓ ਵੀ ਮੈਂ ਕਿਸੇ ਹੰਕਾਰ ਦੇ ਵਿੱਚ ਵੀ ਮੈਂ ਹੁਣ ਆਪ ਬਣਾ ਪਾਲਿਆ ਤੇ ਮੈਂ ਲੋਕਾਂ ਨੂੰ ਮਿਹਣੇ ਮਾਰਦਾ ਫਿਰਦਾ, ਇੱਦਾਂ ਦੀ ਗੱਲ ਨਹੀਂ ਹੈਗੀ। ਮੈਂ ਬੜੇ ਪ੍ਰੇਮ ਤੇ ਨਿਮਰਤਾ ਸਹਿਤ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਤੁਸੀਂ ਗੁਰੂ ਘਰ ਅਸੀਂ ਬਣਨਾ ਸਾਰਿਆਂ ਨੇ। ਗੁਰੂ ਨੂੰ ਆਪਣਾ ਜੀਵਨ, ਤਨ, ਮਨ, ਤਨ ਸਭ ਕੁਝ ਗੁਰੂ ਨੂੰ ਦੇ ਦੇਣਾ। ਇਹ ਸਮਝ ਲਓ ਵੀ ਇਹ ਪੀੜ੍ਹੀ ਜਿਹੜੀ ਸਾਡੀ ਹੈ ਨਾ, ਇਹ ਗੁਰੂ ਲਿਖੇ ਹੀ ਲੱਗਣੀ ਹੈ। ਇਸ ਪੀੜ੍ਹੀ ਨੇ ਕੁਝ ਨਹੀਂ ਕਰਨਾ। ਅਸੀਂ ਆਪਣੇ ਮਾਂ ਪਿਓ ਦੀ ਸੇਵਾ ਤੋਂ ਕਿਤੇ ਰਹਿ ਜਾਈਏ ਤਾਂ ਰਹਿ ਜਾਈਏ, ਅਸੀਂ ਆਪਣੇ ਘਰ-ਬਾਰ ਦੀ ਸੇਵਾ ਤੋਂ ਰਹਿ ਜਾਈਏ ਤਾਂ ਰਹਿ ਜਾਈਏ, ਪੱਕਾ ਘਰ ਪਾ ਸਕੀਏ ਜਾਂ ਨਾ ਸਕੀਏ, ਪਰ ਇਹ ਕੰਮ ਤਹਈਆ ਕਰ ਲਓ ਵੀ ਇਸ ਕੌਮੀ ਮਹਿਲ ਜਿਹੜਾ ਹੈ, ਜਿਹਦੇ ਪਿੱਛੇ ਇੰਨੀਆਂ ਸ਼ਹਾਦਤਾਂ ਹੋਈਆਂ, ਜਿਹਦੀ ਇੱਟ ਇੱਟ ਤੇ ਹਜ਼ਾਰਾਂ ਸਿਰ ਲੱਗੇ ਨੇ, ਉਸ ਮਹਿਲ ਨੂੰ ਪੱਕਿਆ ਇਸ ਪੀੜ੍ਹੀ ਨੇ ਕਰਨਾ। ਇਹ ਤਹਈਆ ਕਰ ਲਓ ਤੇ ਮਨ ਦੇ ਵਿੱਚ ਇਹ ਸੁਪਨਾ ਰੱਖੋ, ਆਪਣੇ ਮਨ ਦੇ ਵਿੱਚ ਇਹ ਵਿਚਾਰ ਰੱਖੋ ਵੀ ਜਿੰਨਾ ਚਿਰ ਸਾਡਾ ਘਰ ਨਹੀਂ ਬਣਦਾ, ਉਹ ਘਰ, ਇਹ ਪੁੱਛਦੇ ਨੇ ਰਾਜ ਕਿਵੇਂ ਦਾ ਕਰੋਗੇ? ਤੌਲ ਧਰਮ ਦਇਆ ਕਾ ਪੂਤ, ਦਇਆ ਦਾ ਰਾਜ ਬੇਗਮਪੁਰਾ, ਜਿੱਥੇ ਕਿਸੇ ਨੂੰ ਗਮ ਨਹੀਂ, ਜਿੱਥੇ ਕਿਸੇ ਧੀ ਭੈਣ ਦੀ ਪੱਤ ਲੁੱਟੀ ਨਹੀਂ ਜਾਂਦੀ। ਤੇ ਜੇ ਕਿਤੇ ਐਸੀ ਘਟਨਾ ਵਾਪਰਦੀ ਹੈ ਤੇ ਐਸੀ ਮਿਸਾਲੀ ਸਜ਼ਾ ਦਿੱਤੀ ਜਾਊ ਵੀ ਅੱਗੇ ਤੋਂ ਦੁਨੀਆ ਦੇ ਵਿੱਚ ਕੋਈ ਇਹ ਨਾ ਕਹੂਗਾ ਵੀ ਭਾਈ ਇਹ ਕੰਮ ਹੋ ਗਿਆ ਤੇ ਸਰਕਾਰਾਂ ਹਕੂਮਤਾਂ ਚੁੱਪ ਕਰਕੇ ਬੈਠੀਆਂ ਨੇ। ਜਿੱਥੇ ਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ 'ਚ ਹੋਊਗਾ, ਜਿੱਥੇ ਧਰਮ ਦਾ ਕੁੰਡਾ ਰਾਜਸੀ ਮਨੁੱਖ ਦੇ ਉੱਤੇ ਹੋਊਗਾ, ਜਿੱਥੇ ਧਰਮ ਰਾਜਸੀ ਮਨੁੱਖ ਦੇ ਪੈਰਾਂ 'ਚ ਨਹੀਂ ਬੈਠਾ ਹੋਊਗਾ। ਸੋ ਇਸ ਕਰਕੇ ਅਸੀਂ ਉਹ ਰਾਜ ਕਰਨ ਦੀ ਗੱਲ ਕਰਦੇ ਹਾਂ ਤੇ ਇਹ ਸ਼ਰਮ ਵਾਲੀ ਗੱਲ ਨਹੀਂ। ਜੇ ਕੋਈ ਪੁੱਛੇ ਕਿ ਤੁਸੀਂ ਰਾਜ ਚਾਹੁੰਦੇ ਜੋ ਤੇ ਡਟ ਕੇ ਕਹਿਣਾ ਵੀ ਅਸੀਂ ਚਾਹੁੰਦੇ ਹਾਂ, ਤੇ ਇਸ ਤੋਂ ਕਦੀ ਵੀ ਝਗਣਾ ਨਹੀਂ। ਕਿਉਂਕਿ ਇਹ ਜਿਹੜੀ ਹਕੂਮਤ ਹੈ, ਇਹ ਨਾ ਸੋਚਿਓ ਵੀ ਜੇ ਤੁਸੀਂ ਕਹਿ ਦਿੱਤਾ ਵੀ ਨਹੀਂ ਚਾਹੁੰਦੇ ਰਾਜ ਤੇ ਫਿਰ ਅਸੀਂ ਉਹ ਛੱਡ ਦੇਣਗੇ ਸਾਨੂੰ। ਉਹਨਾਂ ਨੇ ਦਿੱਲੀ ਦੇ ਸਿੱਖਾਂ ਦਾ ਕਤਲੇਆਮ ਕੀਤਾ, ਉਹ ਕਿਹੜਾ ਰਾਜ ਮੰਗਦੇ ਸੀ? ਉਹਨਾਂ ਕੋਈ ਰਾਜ ਨਹੀਂ ਸੀ ਮੰਗਿਆ। ਬਹੁਤੇ ਸਿੱਖ ਸੰਤਾਂ ਦੇ ਵਿਰੋਧੀ ਵੀ ਰਹੇ ਉੱਥੇ, ਪਰ ਜਦੋਂ ਉਹਨਾਂ ਨੇ ਵੇਖਿਆ ਵੀ ਸਿੱਖ ਸਿੱਖ ਹੀ ਹੈ, ਉਹਨਾਂ ਨੇ ਉੱਥੇ ਕਤਲੇਆਮ ਕਰਨਾ ਸ਼ੁਰੂ ਕਰ ਦਿੱਤਾ। ਸੋ ਅੱਜ ਜਦੋਂ ਮਾਰ ਪੈਣੀ ਹੈ, ਮੈਨੂੰ ਅੱਗੇ ਵੀ ਮੈਂ ਇੱਕ ਸਟੇਜ ਤੋਂ ਬੋਲਿਆ ਸੀ, ਮੈਂ ਅੱਜ ਫਿਰ ਕਹਿ ਦਿੰਦਾ ਵੀ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਨਸ਼ੇ ਛੱਡ ਦਿਓ ਤਾਂ ਤੁਹਾਡਾ ਜੀਵਨ ਅਸੀਂ ਬਚਾ ਲੈਣਾ। ਮੈਂ ਤਾਂ ਸਗੋਂ ਇਹ ਕਹਿਣਾ ਵੀ ਤੁਸੀਂ ਨਸ਼ੇ ਛੱਡੋ, ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਤੁਸੀਂ ਤੇ ਅਸੀਂ ਰਲ ਕੇ ਕੋਈ ਨਸ਼ੇ 'ਚ ਮੌਤ ਮਰੀਏ। ਅਸੀਂ ਵੱਡਾ ਨਸ਼ਾ ਲਾਉਣਾ, ਨਾਮ ਦਾ, ਆਜ਼ਾਦੀ ਦਾ ਨਸ਼ਾ। ਮਰਨਾ ਉੱਥੇ ਵੀ ਹੈ, ਮਰਨਾ ਇੱਥੇ ਵੀ ਹੈ, ਪਰ ਦੋਨਾਂ ਮੌਤਾਂ 'ਚ ਬਹੁਤ ਵੱਡਾ ਅੰਤਰ ਹੈ। ਇੱਕ ਪਾਸੇ ਮਰੀਏ ਤੇ ਸੰਸਾਰ ਸਜਦੇ ਕਰਦਾ, ਮੜੀ ਦੇ ਉੱਤੇ ਲੋਕ ਆਣ ਕੇ ਮੜੀ ਦੀ ਰਾਖ ਚੁੱਕ ਕੇ ਲੈ ਜਾਂਦੇ, ਜਿਵੇਂ ਦੀਪ ਸਿੱਧੂ ਦੀ ਲੈ ਕੇ ਗਏ। ਉਹਦੀ ਰਾਖ ਲੋਕ ਘਰਾਂ ਨੂੰ ਲੈ ਗਏ ਆਪਣਿਆਂ ਨੂੰ, ਵੀ ਉਹਦੇ 'ਚ ਵੀ ਬੜਾ ਬਲ ਹੈ, ਬੜੀ ਬਖਸ਼ਿਸ਼ ਹੈ। ਤੇ ਇੱਕ ਪਾਸੇ ਕੋਈ ਮਰ ਜਾਵੇ, ਉਹਦੇ ਭੋਗ ਤੇ ਜਾਣ ਲੱਗਿਆ ਲੋਕ, ਬਜ਼ੁਰਗ ਬੰਦਾ ਜਾਂਦਾ, ਜਵਾਨ ਕੋਈ ਵੜਦਾ ਹੀ ਉੱਥੇ ਨਹੀਂ। ਤੇ ਜਿਹੜੇ ਜਾਂਦੇ ਨੇ, ਮੈਂ ਅੱਗੇ ਗੱਲ ਕੀਤੀ ਸੀ ਵੀ ਸਭ ਝੂਠ ਬੋਲੀ ਜਾਂਦੇ ਨੇ। ਸੋ ਦੋ ਤਰ੍ਹਾਂ ਦੀ ਮੌਤ ਹੈ, ਲੜ ਕੇ ਮੈਦਾਨ ਦੇ ਵਿੱਚ ਮਰਨਾ ਕੌਮੀ ਸੰਘਰਸ਼ ਕਰਦਿਆਂ, ਜਾਂ ਫਿਰ ਕਿਸੇ ਨਾਲੀ 'ਚ ਡਿੱਗ ਕੇ, ਕਿਸੇ ਸੁੱਖੇ ਦੀ ਬੂਟੀ 'ਚ, ਕਿਸੇ ਖੰਡਰ 'ਚ ਆਪਣੇ ਆਪ ਨੂੰ ਕੋਈ ਟੀਕਾ ਲਾ ਕੇ ਮਰ ਜਾਣਾ। ਦੋ ਤਰ੍ਹਾਂ ਦੀ ਮੌਤ ਹੈ, ਦੋਨਾਂ 'ਚ ਤੁਸੀਂ ਚੁਣਨੀ ਹੈ ਕਿਹੜੀ ਚੁਣਨੀ ਹੈ। ਮੇਰਾ ਨਾਂ ਤੇ ਇਹਨਾਂ ਮਾਵਾਂ ਨੂੰ ਕੋਈ ਦਾਵਾ ਹੈ ਜਿਨ੍ਹਾਂ ਦੇ ਪੁੱਤ ਨਸ਼ਿਆਂ 'ਚ ਲੱਗੇ ਨੇ ਵੀ ਤੁਹਾਡਾ ਪੁੱਤ ਉੱਧਰੋਂ ਬਚਾ ਕੇ ਤੇ ਸਾਰੀ ਉਮਰ ਜੀ ਤੁਹਾਡੀ ਸੇਵਾ ਕਰੂਗਾ। ਸੇਵਾ ਕਰਨੀ ਹੈ ਗੁਰੂ ਦੀ, ਤੇ ਗੁਰੂ ਦੀ ਸੇਵਾ ਕਰਦਿਆਂ ਜਦੋਂ ਕੋਈ ਐਸੇ ਹਾਲਾਤ ਬਣ ਜਾਣ ਵੀ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਤੇ ਫਿਰ ਸਿਰ ਦੇਣਾ ਹੀ ਇੱਕ ਹੱਲ ਬਣ ਜਾਂਦਾ। ਸੋ ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰੋ। 30 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਅਕਾਲ ਤਖਤ ਸਾਹਿਬ ਦੇ ਉੱਤੇ, ਅੰਮ੍ਰਿਤਸਰ ਸਾਹਿਬ। ਜਿਹੜੇ ਮੁੰਡੇ ਇੱਥੇ ਦਮਾਲੇ ਬੰਨੇ ਨੇ ਸਿਰਾਂ ਤੇ, ਪਰ ਦਾੜੀਆਂ ਨਹੀਂ ਰੱਖੀਆਂ, ਕੇਸ ਨਹੀਂ ਰੱਖੇ, ਜਿਨ੍ਹਾਂ ਰਮਾਲ ਬੰਨੇ ਨੇ, ਇਹ ਆਪਾਂ ਪਤਤ ਪੁਣਾ ਰਹਿਣ ਨਹੀਂ ਦੇਣਾ ਪੰਜਾਬ ਦੇ ਵਿੱਚ। ਇਹ ਇੱਥੇ ਪਤਤ ਬੰਦਾ ਲੱਭਣ ਲੱਗਿਆ ਜ਼ੋਰ ਲੱਗੇ, ਜਿਵੇਂ ਅੱਜ ਕੱਲ੍ਹ ਕੋਈ ਸਰਦਾਰ ਲੱਭਣ ਲੱਗਿਆ ਜ਼ੋਰ ਲੱਗਦਾ ਨਾ ਸਾਡਾ, ਹਕੂਮਤਾਂ ਨੂੰ ਲੱਗੇ ਵੀ ਇੱਥੇ ਲਹਿਰ ਚੱਲ ਰਹੀ ਹੈ। ਤੇ ਹਰ ਸਿੱਖ, ਆਪਾਂ ਇਕੱਲਾ ਅੰਮ੍ਰਿਤ ਨਹੀਂ ਛਕਣਾ, ਅੰਮ੍ਰਿਤ ਛਕ ਕੇ ਤੇ ਆਪਾਂ ਹਕੂਮਤ ਨੂੰ ਇਹ ਵੀ ਦੱਸਣਾ ਹੈ ਵੀ ਇਹ ਖੰਡੇ ਦਾ ਅੰਮ੍ਰਿਤ ਛਕਿਆ, ਕਿਸੇ ਕੜਛੀ 'ਚੋਂ ਨਹੀਂ ਛਕਿਆ।
ਖੰਡੇ ਦਾ ਅੰਮ੍ਰਿਤ ਛਕ ਕੇ ਸ਼ਸਤਰਧਾਰੀ ਹੋ ਕੇ ਹਕੂਮਤ ਨੂੰ ਇਹ ਦੱਸਣਾ ਵੀ ਆਜ਼ਾਦੀ ਤੋਂ ਬਿਨਾਂ ਅਸੀਂ ਕੋਈ ਸਮਝੌਤਾ ਨਹੀਂ ਕਰਨਾ। ਇੰਨੀਆਂ ਕੁ ਬੇਨਤੀਆਂ ਨੇ ਖਿਮਾ ਦਾ ਜਾਜਕਾਂ ਜੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।